इंडिया प्लस यूएसए टीवी देख रहे ਸਾਰੇ ਦਰਸ਼ਕਾਂ ਦਾ ਮੈਂ ਰਿੰਪੀ ਸਵਾਗਤ ਕਰਦੀ ਹਾਂ। ਚਾਨਣਾ ਪਾਉਂਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਵਿਸ਼ੇਸ਼ ਟਾਸਕ ਫੋਰਸ ਵੱਲੋਂ ਅੱਜ ਲੰਡਨ ਵੇਅਰਸ ਮੈਨ ਐਂਡ ਵੂਮਨਸ ਤੇ ਕੀਤੀ ਗਈ ਛਾਪੇਮਾਰੀ। ਜਿਉਂਦੀ ਬੱਚੀ ਨੂੰ ਡਾਕਟਰਾਂ ਨੇ ਕੀਤਾ ਮ੍ਰਿਤਕ ਘੋਸ਼ਿਤ, ਸ਼ਮਸ਼ਾਨ ਘਾਟ ਤੋਂ ਲਿਆਂਦਾ ਵਾਪਿਸ। ਪੀਐਮ ਮੋਦੀ ਦਾ ਵੱਡਾ ਐਲਾਨ, ਖੇਤੀਬਾੜੀ ਦੇ ਤਿੰਨੋਂ ਕਾਨੂੰਨ ਕੀਤੇ ਰੱਦ। ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜਦੋਂ ਸੰਸਦ ਦੇ ਵਿੱਚ ਰੱਦ ਹੋਏਗਾ ਖੇਤੀ ਕਾਨੂੰਨ, ਰਾਕੇਸ਼ ਟਕੈਤ। ਖੇਤੀ ਕਾਨੂੰਨ ਰੱਦ ਕਰਨ ਤੇ ਜਤਾਈ ਖੁਸ਼ੀ, ਰਾਜਨੀਤੀ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਕੀਤੇ ਖੁਲਾਸੇ। ਸੋਨੀਆ ਮਾਨ। ਯੋਗੀ ਆਦਿੱਤਿਆਨਾਥ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦਿੱਤੀ ਵਧਾਈ। ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਪੰਜਾਬ 'ਚ ਬਣਿਆ ਜਸ਼ਨ ਦਾ ਮਾਹੌਲ। ਸ਼੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ ਇਹ ਸ਼ਹਾਦਤ ਲੋਕਾਂ ਨੂੰ ਸਮਰਪਿਤ ਕੀਤਾ ਸੀਐਮ ਚੰਨੀ। ਵਿਸ਼ੇਸ਼ ਟਾਸਕ ਫੋਰਸ ਵੱਲੋਂ ਅੱਜ ਲੰਡਨ ਵੇਅਰਸ ਮੈਨ ਐਂਡ ਵੂਮਨਸ ਤੇ ਕੀਤੀ ਗਈ ਛਾਪੇਮਾਰੀ। ਜਲੰਧਰ ਵਿਖੇ ਅੱਜ ਵਿਸ਼ੇਸ਼ ਟੀਮ ਫੋਰਸ ਵੱਲੋਂ ਮਾਡਲ ਟਾਊਨ ਦੇ ਲੰਡਨ ਵੇਅਰਸ ਮੈਨ ਐਂਡ ਵੂਮਨਸ ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਸਹਿਤ ਇੱਕ ਨੂੰ ਕਾਬੂ ਕੀਤਾ, ਜਿਸ ਨੂੰ ਮੌਕੇ ਤੇ ਹੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਉਸ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਅਮਰਜੀਤ ਕਲਿਆਣ ਜਿਹੜਾ ਸ਼ੋਪ ਵੀ ਹੈਗੀ ਆ, ਇਹ ਕੰਮ ਕਰਦਾ ਹੈਗਾ, ਠੀਕ ਹੈ। ਤੇ ਆਪਾਂ ਇੱਥੇ ਫਿਰ ਆਪਣੇ ਨਾਕੇ ਦੇ ਦੌੜ ਲਗਾ ਕੇ ਇਹਨੂੰ ਪਕੜਿਆ ਤੇ ਇਹਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸਰ। ਤੇ ਹਜੇ ਬਾਕੀ ਤਫਤੀਸ਼ ਹੈ ਸਰ। ਇਹ ਮਾਲਕ ਕੋ ਫੜੀ ਹੈ ਜਾਂ ਕਿਸ ਅਮਰਜੀਤ ਕਲਿਆਣ। ਅੱਛਾ ਜੀ, ਕੌਣ ਹੈ ਸਰ? ਬਾਕੀ ਆਪਾਂ ਤੁਹਾਨੂੰ ਮਤਲਬ ਕਿ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਕਿੰਨੇ ਬੰਦੇ ਇਨਵੋਲਵ ਹੈਗੇ ਇਸ ਭਾਈ ਕਰਦਾ ਹੈ? ਇਹ ਹੁਣ ਬਾਅਦ ਵਿੱਚ ਆਹੀ ਮੈਂ ਪਤਾ ਲੱਗਿਆ ਕਿ ਇਹਦੀ ਆ ਹੈ ਸ਼ੋਪ ਆ ਕੱਪੜੇ ਦੀ ਤੇ ਬਾਕੀ ਫਰਦਰ ਇਨਕੁਆਇਰੀ ਪਹਿਲਾਂ ਵੀ ਇੱਥੇ ਬੱਚੇ ਹੈਗੇ ਨੇ ਐਨਡੀਪੀਐਸ ਦੇ ਉਹ ਇਨਵੈਸਟੀਗੇਸ਼ਨ ਚ ਆਪਾਂ ਦੇਖ ਰਹੇ ਹਾਂ। ਆਪਣੇ ਕੋਲ ਕਦੋਂ ਦੀ ਇਨਫੋਰਮੇਸ਼ਨ ਆਈ? ਇਹ ਤਾਂ ਸਾਨੂੰ ਮਤਲਬ ਹੁਣ ਇਨਫੋਰਮੇਸ਼ਨ ਚ ਪਤਾ ਲੱਗਿਆ ਤੇ ਆਪਾਂ ਕੀਤਾ। ਹੁਣ ਬਾਕੀ ਫਰਦਰ ਇਨਫੋਰਮੇਸ਼ਨ ਜਿਹੜਾ ਮਤਲਬ ਇਨਕੁਆਇਰੀ ਹੋਰ ਕਿੰਨੇ ਬੰਦੇ ਇਨਵੋਲਵ ਬਰਾਮਦ ਹੋਇਆ ਸਰ ਤੇ ਕਿੰਨਾ ਬਰਾਮਦ ਹੋਇਆ? ਆਪਾਂ ਹਜੇ ਇਨਵੈਸਟੀਗੇਸ਼ਨ ਚ ਸਰ ਗੱਲ ਕਰੀਏ ਤੇ ਕਿੱਥੋਂ ਲੈ ਕੇ ਆਏ ਸੀ, ਕਿੱਥੋਂ ਪਤਾ ਲੱਗਾ? ਰਾਉਂਡ ਅਪ ਕਿੰਨੇ ਕੀਤੇ ਗਏ ਨੇ ਸਰ? ਕਿੰਨੇ ਰਾਉਂਡ ਅਪ? ਹਜੇ ਇੱਕੋ ਹੀ ਕੀਤਾ ਵਾ ਬਾਕੀ ਜੀ। ਜਿਉਂਦੀ ਬੱਚੀ ਨੂੰ ਡਾਕਟਰਾਂ ਨੇ ਕੀਤਾ ਮ੍ਰਿਤਕ ਘੋਸ਼ਿਤ, ਸ਼ਮਸ਼ਾਨ ਘਾਟ ਤੋਂ ਲਿਆਂਦਾ ਵਾਪਿਸ। ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੁਆਬਾ ਹਸਪਤਾਲ ਨੇ ਇੱਕ ਜਿੰਦਾ ਲੜਕੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਪਰਿਵਾਰਿਕ ਮੈਂਬਰ ਬੱਚੀ ਨੂੰ ਦਫਨਾਉਣ ਲਈ ਸ਼ਮਸ਼ਾਨ ਘਾਟ ਪਹੁੰਚੇ ਤਾਂ ਬੱਚੀ ਦੀ ਲਾਸ਼ 'ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਬੱਚੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਮੌਕੇ ਤੇ ਮੌਜੂਦ ਨਰਸ ਨੇ ਕਿਹਾ ਇਹ ਬੱਚੀ ਜਿੰਦਾ ਹੈ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਦੁਆਬਾ ਹਸਪਤਾਲ ਵਿੱਚ ਹੰਗਾਮਾ ਕਰ ਦਿੱਤਾ। ਅਸੀਂ ਮੈਦਾਨ 'ਚ ਬੈਠੇ ਹੋਏ ਆ, ਸੜਕਾਂ ਤੇ ਬੈਠੇ ਹੋਏ ਆ, ਮੈਦਾਨ ਵਿੱਚ ਖੜੇ ਹੋਏ ਆ। ਜਿਹੜੇ ਸੀਰੀਅਸ ਗੱਲ ਅੰਦਰ ਵੜ ਕੇ ਕਰਨੀ ਉਹ ਸਾਡੇ ਸਾਹਮਣੇ ਆ ਕੇ ਕਰੇ। ਅਸੀਂ ਰੁਪਈਆ ਲਾਇਆ, ਅਸੀਂ ਸਾਰਾ ਕੁਝ ਕੀਤਾ ਆ। ਸਾਡੀ ਇਸ ਟਾਈਮ ਬੇਟੀ ਗਈ ਹੋਈ ਆ। ਅਸੀਂ ਗੱਜ ਕੇ ਬੋਲਦੇ ਆ, ਡਾਕਟਰ ਕਿਉਂ ਅੰਦਰ ਡਰ ਕੇ ਬੋਲ ਰਿਹਾ? ਇੱਧਰੋਂ ਨਿਕਲਦਾ ਉੱਧਰ ਵੜਦਾ, ਉੱਧਰੋਂ ਨਿਕਲਦਾ ਉੱਧਰ ਵੜਦਾ, ਉੱਧਰੋਂ ਨਿਕਲਦਾ ਉੱਧਰ ਵੜਦਾ। ਕਾਹਤੇ ਵੜਦਾ? ਇਹਦੀ ਗਲਤੀ ਏ। ਸਾਰੇ ਇੰਨੇ ਪ੍ਰਸ਼ਾਸਨ ਦੇ ਬੈਠੇ ਹੋਏ ਆ, ਸਾਰੇ ਬਾਹਰ ਖੜੇ ਹੋਏ ਆ। ਕੋਈ ਉੱਥੇ ਖੜਦਾ, ਕੋਈ ਉੱਥੇ ਖੜਦਾ, ਮਗਰ ਘੁੰਮਦੇ ਪਏ ਆ। ਅਸੀਂ ਕੋਈ ਪਾਗਲ ਥੋੜੋ, ਨਾਲੇ ਅਸੀਂ ਰੁਪਈਆ ਲਾਇਆ, ਨਾਲੇ ਅਸੀਂ ਹੱਥੋਂ ਧੀ ਗਵਾਈ। ਸਾਨੂੰ ਤਾਂ ਹੁਣ ਇਹੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹਨੂੰ ਗ੍ਰਿਫਤਾਰ ਕਰਨਾ ਹੋਣਾ ਚਾਹੀਦਾ। ਉਹ ਫਿਰ ਬਾਕੀ ਕਾਨੂੰਨੀ ਕਾਰਵਾਈ ਅਸੀਂ ਅੱਗੇ ਦੇਖਾਂਗੇ। ਇੱਕ ਹਕੀਕਤ ਹੋਵੇ, ਦੋ ਹੋਵੇ, ਚਾਰ ਪੰਜ ਹਕੀਕਤਾਂ ਹੋ ਗਈਆਂ ਆ। ਅੱਗੋਂ ਕੋਈ ਗੱਲਬਾਤ ਨਹੀਂ ਹੈਗੀ। ਇੱਥੋਂ ਮਾੜੀ ਮੋਟੀ ਰਫਾ ਦਫੀ ਕਰਕੇ ਚਲੋ ਜੀ ਛੱਡ ਦਿੱਤਾ। ਮੁੜ ਕੇ ਡਾਕਟਰ ਫੇਰ ਆਪਣੇ ਸੈਸ਼ਨ ਖੋਲ ਕੇ ਬਹਿ ਜਾਂਦੇ ਆ। ਇੱਕ ਵਾਰੀ ਬੰਦੇ ਨੂੰ ਹੱਥ ਲੱਗਿਆ ਹੋਣਾ ਚਾਹੀਦਾ ਕਿ ਮੇਰੇ ਨਾਲ ਆਹ ਗਲਤੀਆਂ ਕੀਤੀਆਂ ਸੀ ਤੇ ਮੈਨੂੰ ਆਹ ਗਲਤੀ ਦਾ ਅਹਿਸਾਸ ਮਿਲਿਆ। ਹੋਰ ਕੋਈ ਕਾਰਵਾਈ ਕਰਨੀ ਹੋਵੇ, ਕੋਈ ਕੰਪਲੇਂਟ ਹੋਵੇ, ਕੋਈ ਉਹਦਾ ਲੜਾਈ ਝਗੜਾ ਹੋਵੇ, ਪੁਲਿਸ ਪ੍ਰਸ਼ਾਸਨ ਮਿੰਟ ਨਹੀਂ ਲਾਉਂਦੀ ਫੜ ਕੇ ਲਿਜਾਣ ਨੂੰ। ਪੀਐਮ ਮੋਦੀ ਦਾ ਵੱਡਾ ਐਲਾਨ, ਖੇਤੀਬਾੜੀ ਦੇ ਤਿੰਨੋਂ ਕਾਨੂੰਨ ਕੀਤੇ ਰੱਦ। ਖੇਤੀਬਾੜੀ ਕਾਨੂੰਨ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੇਸ਼ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਪੁਰਬ ਅਤੇ ਕਾਰਤਿਕਾ ਪੂਰਨਿਮਾ ਦੇ ਵਿਸ਼ੇਸ਼ ਮੌਕੇ ਤੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਾਸੀਆਂ ਤੋਂ ਮਾਫੀ ਮੰਗਦੇ ਹੋਏ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਤਪੱਸਿਆ 'ਚ ਕੋਈ ਨਾ ਕੋਈ ਕਮੀ ਜ਼ਰੂਰ ਰਹੀ ਹੋਵੇਗੀ। ਉਹਨਾਂ ਨੇ ਕਿਹਾ ਕਿ ਕੁਝ ਕਿਸਾਨ ਭਰਾਵਾਂ ਨੂੰ ਮਨਾ ਨਹੀਂ ਸਕੇ। ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਹ ਕਿਸੇ ਨੂੰ ਦੋਸ਼ੀ ਠਹਿਰਾਉਣ ਦਾ ਸਮੇਂ ਨਹੀਂ ਹੈ। ਅੱਜ ਮੈਂ ਪੂਰੇ ਦੇਸ਼ ਨੂੰ ਸੂਚਿਤ ਕਰਨ ਆਇਆ ਹਾਂ ਕਿ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ है। 1.5 साल के अंतराल के बाद करतारपुर साहिब कॉरिडोर अब फिर से खुल गया है। साथियों, गुरु नानक जी ने कहा है, बीच दुनिया सेवी कमाइए त दरगिही बेसन पाइए। यानी
संसार में सेवा का मार्ग अपनाने से ही जीवन सफल होता है। हमारी सरकार इसी सेवा भावना के साथ देशवासियों का जीवन आसान बनाने में जुटी है। न जाने कितनी पीढ़ियां जिन सपनों को सच होते देखना चाहती थी, भारत आज उन सपनों को पूरा करने का भरपूर प्रयास कर रहा है। साथियों, अपने 5 दशक के सार्वजनिक जीवन में मैंने किसानों की परेशानियों को, उनकी चुनौतियों को बहुत करीब से देखा है, महसूस किया है। इसलिए जब देश ने मुझे 2014 में प्रधानमंत्री के रूप में सेवा का अवसर दिया, तो हमने कृषि विकास, किसान कल्याण को सर्वोच्च प्राथमिकता दी। साथियों, इस सच्चाई से बहुत लोग अनजान हैं कि देश के 100 में से 80 किसान छोटे किसान हैं। उनके पास 2 हेक्टेयर से भी कम जमीन है। आप कल्पना कर सकते हैं, इन छोटे किसानों की संख्या 10 करोड़ से भी ज्यादा है। उनकी पूरी जिंदगी का आधार यही छोटी सी जमीन का टुकड़ा है। यही उनकी जिंदगी होती है। और इस छोटी सी जमीन के सहारे ही वो अपना और अपने परिवार का गुजारा करते हैं। पीढ़ी दर पीढ़ी परिवारों में होने वाला बंटवारा इस जमीन को और छोटा कर रहा है। इसलिए देश के छोटे किसानों की चुनौतियों को दूर करने के लिए हमने बीज, बीमा, बाजार और बचत, इन सभी पर चौतरफा काम किया। सरकार ने अच्छी क्वालिटी के बीज के साथ ही किसानों को नीम कोटेड यूरिया, सॉइल हेल्थ कार्ड, माइक्रो इरिगेशन जैसी सुविधाओं से भी जोड़ा। हमने 22 करोड़ सॉइल हेल्थ कार्ड किसानों को दिए और इस वैज्ञानिक अभियान के कारण एग्रीकल्चर प्रोडक्शन भी बढ़ा। साथियों, हमने फसल बीमा योजना को अधिक प्रभावी बनाया। उसके दायरे में ज्यादा किसानों को लाए। आपदा के समय ज्यादा से ज्यादा किसानों को आसानी से मुआवजा मिल सके, इसके लिए भी पुराने नियम बदले। इस वजह से बीते 4 साल में 1 लाख करोड़ रुपए से अधिक का मुआवजा हमारे किसान भाई बहनों को मिला है। हम छोटे किसानों और खेत में काम करने वाले श्रमिकों तक बीमा और पेंशन की सुविधाओं को भी ले आए। छोटे किसानों की जरूरतों को पूरा करने के लिए सीधे उनके बैंक खातों में 1,62,000 करोड़ रुपए ट्रांसफर किए, सीधे उनके खाते में। साथियों, किसानों को उनकी मेहनत के बदले उपज की सही कीमत मिले,
इसके लिए भी अनेक कदम उठाए गए। देश ने अपने रूरल मार्केट इंफ्रास्ट्रक्चर को मजबूत किया। हमने एमएसपी तो बढ़ाई है, साथ ही साथ रिकॉर्ड सरकारी खरीद केंद्र भी बनाए। हमारी सरकार द्वारा की गई उपज की खरीद ने पिछले कई दशकों के रिकॉर्ड तोड़ दिए हैं। देश की 1000 से ज्यादा मंडियों को ई नाम योजना से जोड़कर हमने किसानों को कहीं पर भी अपनी उपज बेचने का एक प्लेटफॉर्म दिया और इसके साथ ही देश भर की कृषि मंडियों के आधुनिकीकरण पर भी हमने करोड़ों रुपए खर्च किए। साथियों, आज केंद्र सरकार का कृषि बजट पहले के मुकाबले 5 गुना बढ़ गया है। हर वर्ष 1.25 लाख करोड़ रुपए से अधिक कृषि पर खर्च किए जा रहे हैं। 1 लाख करोड़ रुपए के एग्रीकल्चर इंफ्रास्ट्रक्चर फंड के माध्यम से गांव और खेत के नजदीक भंडारण, इसकी व्यवस्था, कृषि उपकरण जैसी अनेक सुविधाओं का विस्तार, ये सारी बातें तेजी से हो रही है। छोटे किसानों की ताकत बढ़ाने के लिए 10,000 एफपीओ किसान उत्पादक संगठन बनाने का अभियान भी जारी है। इस पर भी करीब 7,000 करोड़ रुपए खर्च किए जा रहे हैं। माइक्रो इरिगेशन फंड के आवंटन को भी 2 गुना करके 10,000 करोड़ रुपए कर दिया गया है। ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜਦੋਂ ਸੰਸਦ ਦੇ ਵਿੱਚ ਰੱਦ ਹੋਏਗਾ ਖੇਤੀ ਕਾਨੂੰਨ। ਰਾਕੇਸ਼ ਟਕੈਤ ਦੱਸ ਦਈਏ ਕਿ ਕਿਸਾਨਾਂ ਵੱਲੋਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਹ 3 ਕਾਨੂੰਨ ਖੇਤੀਬਾੜੀ ਨੂੰ ਸੁਧਾਰਨ ਲਈ ਲਿਆਂਦੇ ਗਏ ਸਨ, ਪਰ ਹੁਣ ਅਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਰਹੇ ਹਾਂ। ਪ੍ਰਧਾਨ ਮੰਤਰੀ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕਿਸਾਨ ਸੰਸਦ ਦੇ ਵਿੱਚ ਰੱਦ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਕਿਸਾਨ ਮੋਰਚੇ ਨੇ ਇਹ ਵੀ ਯਾਦ ਕਰਵਾਇਆ ਹੈ ਕਿ ਕਿਸਾਨ ਅੰਦੋਲਨ ਦੀ ਮੰਗ ਸੀ ਕਿ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਇਆ ਜਾਵੇ ਜੋ ਕਿ ਲੰਬਿਤ ਹੈ। ਸਰਕਾਰ ਦੇ ਰਵੱਈਏ 'ਚ ਬਦਲਾਵ ਨੂੰ ਲੈ ਕੇ ਕਿਸਾਨ ਮੋਰਚੇ ਨੇ ਮੀਟਿੰਗ ਵੀ ਬੁਲਾਈ ਹੈ। ਖੇਤੀ ਕਾਨੂੰਨ ਰੱਦ ਕਰਨ ਤੇ ਜਤਾਈ ਖੁਸ਼ੀ, ਰਾਜਨੀਤੀ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਕੀਤੇ ਖੁਲਾਸੇ। ਸੋਨੀਆ ਮਾਨ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅੱਜ ਗੁਰਪੁਰਬ ਵਾਲੇ ਦਿਨ ਗੁਰਪੁਰਬ ਦੀਆਂ ਵੀ ਲੱਖ ਲੱਖ ਵਧਾਈਆਂ ਔਰ ਨਾਲ ਹੀ ਜਿਹੜੇ ਆਪਣੇ ਅੱਜ 3 ਬਿੱਲ ਰੱਦ ਹੋ ਗਏ ਆ, ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਿ ਅੱਜ ਸਾਡੇ ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਹੈ। ਸੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਰਾ ਹਮੇਸ਼ਾ ਬੁਲੰਦ ਰਹੂਗਾ ਔਰ ਇਹ ਆਪਣੇ ਇਤਿਹਾਸ ਪਹਿਲੋਂ ਜਿਹੜਾ ਸਾਡਾ ਪੰਜਾਬ ਦਾ ਪਗੜੀ ਸੰਭਾਲ ਜੱਟਾ ਸੀ ਇੱਕ ਅੰਦੋਲਨ ਜਿੱਤਿਆ ਸੀਗਾ, ਇਹ ਆਪਣੇ ਇਤਿਹਾਸ 'ਚ ਲਿਖਿਆ ਜਾਊਗਾ ਕਿ ਆਪਣਾ ਇਹ ਦੂਸਰਾ ਅੰਦੋਲਨ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਜਿੱਤਿਆ ਹੈ ਔਰ ਸਾਰਿਆਂ ਦੀ ਮਿਹਨਤ ਆ ਇਹਦੇ ਵਿੱਚ ਔਰ ਸਾਰੇ ਵਧਾਈ ਦੇ ਪਾਤਰ ਨੇ। ਔਰ ਅੱਜ ਹੋਰ ਮੇਰੇ ਕੋਲ ਬਿਆਨ ਕਰਨ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਸਾਰਿਆਂ ਨੇ ਯੋਗਦਾਨ ਪਾਇਆ ਹੈ। ਔਰ ਬਾਕੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪਿਛਲੇ ਦਿਨੀ ਅਫਵਾਹਾਂ ਬਹੁਤ ਸਾਰੇ ਆਈਟੀ ਸੈਲਸ ਨੇ ਵੀ ਦਿੱਤੀਆਂ, ਮੈਂ ਲਿਖ ਕੇ ਤੇ ਕਲੀਅਰ ਕਰ ਹੀ ਦਿੱਤਾ ਸੀਗਾ, ਉਹ ਝੂਠੀਆਂ ਸੀਗੀਆਂ ਸਾਰੀਆਂ। ਔਰ ਬਾਕੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਕੱਲ ਨਿਊਜ਼ 24 ਦੇ ਉੱਤੇ ਵੀ ਅਸੀਂ ਕਾਫੀ ਡਿਸਕਸ਼ਨ ਕੀਤੀ ਸੀਗੀ, ਉਹਦੇ ਵਿੱਚ ਵੀ ਜਾ ਕੇ ਮਤਲਬ ਅਸੀਂ ਕਾਫੀ ਬੀਜੇਪੀ ਵਾਲਿਆਂ ਦੇ ਨਾਲ ਲੜਾਈ ਝਗੜਾ ਔਰ ਕਾਫੀ ਮੋਦੀ ਸਾਹਿਬ ਨੂੰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਕੱਲ ਰਾਤ 4 ਦਾ, ਜਿਹਦੇ ਵਿੱਚ ਮੈਂ ਸ਼ੇਅਰ ਵੀ ਕੀਤੀਆਂ ਆ। ਔਰ
ਬਟ ਆਪਾਂ ਨੂੰ ਇਹ ਗੱਲਾਂ ਯਾਦ ਰੱਖਣੀਆਂ ਆ। ਚਲੋ 3 ਬਿੱਲ ਆਪਣੇ ਰੱਦ ਹੋ ਗਏ, ਬਹੁਤ ਵਧੀਆ ਗੱਲ ਹੈ, ਬਟ ਸਾਡੇ ਨਾਲ ਕੁਝ ਲੋਕੀ ਜਿਹੜੇ ਯੂਪੀ ਤੋਂ ਜਿਹੜੇ ਸਾਡੇ ਭਰਾ ਨੇ ਲਖੀਮਪੁਰ ਖੀਰੀ ਵਾਲੇ, ਉਹ ਜਿਹੜੇ ਕੇਸਿਸ ਨੇ ਉਹ ਹਜੇ ਪੈਂਡਿੰਗ ਨੇ। ਸਾਡੀ ਇਹ ਵੀ ਮੰਗ ਹੈ ਕਿ ਲਖੀਮਪੁਰ ਖੀਰੀ ਦੇ ਜਿਹੜੇ ਕੇਸ ਹੈ, ਜਿਹੜੇ ਸਾਡੇ ਭਰਾਵਾਂ ਤੇ ਗੱਡੀ ਚੜਾਈ ਸੀਗੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਔਰ ਉਸ ਕੇਸਿਸ ਦੇ ਵਿੱਚ ਜਿਹੜੇ ਸਾਡੇ ਭਰਾਵਾਂ ਨੂੰ ਚੁੱਕਿਆ ਵੀ ਹੋਇਆ ਹੈ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਔਰ ਬਾਕੀ ਹੋਰ ਵੀ ਬਹੁਤ ਸਾਰੇ ਭਰਾਵਾਂ ਦੇ ਉੱਤੇ ਪਰਚੇ ਨੇ, ਉਹ ਵੀ ਰੱਦ ਹੋਣੇ ਚਾਹੀਦੇ ਨੇ। ਸੋ ਇਸ ਅੰਦੋਲਨ ਦੇ ਦੌਰਾਨ ਜੋ ਹੋਇਆ, ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਸ਼ਹੀਦ ਜਿਹੜੇ ਭਰਾ ਜਿਨ੍ਹਾਂ ਨੇ ਕਿਹਨੂੰ ਕਹਿੰਦੇ ਆ ਸ਼ਹਾਦਤਾਂ ਦਿੱਤੀਆਂ ਇਸ ਅੰਦੋਲਨ ਦੇ ਦੌਰਾਨ, ਉਹਨਾਂ ਨੂੰ ਸਲਾਮ ਆ, ਉਹਨਾਂ ਦੀਆਂ ਸ਼ਹਾਦਤਾਂ ਨੂੰ ਸਲਾਮ ਆ, ਔਰ ਉਹਨਾਂ ਦੇ ਪਰਿਵਾਰਾਂ ਨੂੰ ਸਲਾਮ ਆ। ਔਰ ਖਾਸ ਕਰਕੇ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਉਹਨਾਂ ਨੂੰ ਵੀ ਅਸੀਂ ਜੇਲ੍ਹ ਤੋਂ ਛੁਡਵਾਉਣਾ ਹੈ, ਜਿਹੜੇ ਝੂਠੇ ਪਰਚੇ ਪਾਏ ਨੇ। ਸਾਡੀ ਇਹ ਵੀ ਸਰਕਾਰ ਦੇ ਅੱਗੇ ਬੇਨਤੀ ਹੈ ਵੀ ਉਹਨਾਂ ਦੇ ਝੂਠੇ ਪਰਚੇ ਵੀ ਰੱਦ ਕੀਤੇ ਜਾਣ, ਉਹਨਾਂ ਨੂੰ ਵੀ ਛੱਡਿਆ ਜਾਵੇ। ਔਰ ਜਿਨ੍ਹਾਂ ਤੇ ਵੀ ਭਾਵੇਂ ਉਹ ਹਰਿਆਣਾ ਦੇ ਵਿੱਚ ਝੂਠੇ ਪਰਚੇ ਪਾਏ ਨੇ ਸਾਡੇ ਕਿਸਾਨਾਂ ਦੇ ਉੱਤੇ, ਉਹ ਵੀ ਰੱਦ ਕੀਤੇ ਜਾਣ। ਜਿੱਥੇ ਵੀ ਕੀਤੇ ਗਏ ਨੇ ਉਹ ਰੱਦ ਹੋਣੇ ਚਾਹੀਦੇ ਨੇ। ਚਲੋ ਬਾਕੀ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕਰ ਰਹੇ ਹਾਂ, ਇਹ ਸਾਰਿਆਂ ਨੂੰ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਉਹ ਦਿਲੋਂ ਸਾਰੇ ਜਾਣੇ ਕਿਸਾਨ ਅੰਦੋਲਨ 'ਚ ਚੱਲੇ ਸੀਗੇ। ਔਰ ਇਹ ਬਹੁਤ ਵੱਡੀ ਗੱਲ ਹੈ। ਸਾਡਾ ਸੰਘਰਸ਼ 1 ਸਾਲ ਦਾ 26 ਤਰੀਕ ਨੂੰ ਪੂਰਾ ਹੋਣਾ ਸੀਗਾ ਦਿੱਲੀ ਬੈਠਿਆਂ ਦਾ। ਪੰਜਾਬ ਤੋਂ ਤੇ 2 ਸਾਲ ਹੋ ਚੱਲੇ ਨੂੰ। ਔਰ ਬਾਕੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਔਰ ਜਿੱਤ ਹੋਈ ਹੈ ਕਿਸਾਨਾਂ ਦੀ, ਔਰ ਜਿੱਤ ਹੋਣੀ ਵੀ ਚਾਹੀਦੀ ਹੈ। ਅੱਗੇ ਸਾਡੀ ਜਿਹੜੀਆਂ ਮੰਗਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀਆਂ ਨੇ, ਉਹ ਵੀ ਵਾਹਿਗੁਰੂ ਕਰੇ ਛੇਤੀ ਤੋਂ ਛੇਤੀ ਕਿਸਾਨਾਂ ਵਾਸਤੇ ਸਵਾਮੀਨਾਥਨ ਰਿਪੋਰਟ ਵੀ ਲਾਗੂ ਹੋਵੇ। ਔਰ ਬਸ ਇਹੀ ਕਹਿਣਾ ਚਾਹੁੰਦੀ ਸੀ ਕਿ ਮੈਂ ਸਾਰਿਆਂ ਨੂੰ ਅੱਜ। ਬਾਕੀ ਕੋਈ ਕੁਐਸਚਨਸ ਹੋਣ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਔਰ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਦੇ ਮੈਂ ਆਨਸਰ ਆਲਰੇਡੀ ਆਈ ਥਿੰਕ ਸੋ ਦੇ ਚੁੱਕੀ ਸੀਗੀ ਲਿਖ ਕੇ। ਅਫਵਾਹਾਂ ਹੁੰਦੀਆਂ ਨੇ। ਜੈ ਜਵਾਨ ਜੈ ਕਿਸਾਨ। ਤਰੁਣਦੀਪ ਜੀ, ਤੁਹਾਨੂੰ ਵੀ ਕੰਗ੍ਰੈਚੁਲੇਸ਼ਨਸ, ਸਾਰਿਆਂ ਨੂੰ ਕੰਗ੍ਰੈਚੁਲੇਸ਼ਨਸ। ਮੈਨੂੰ ਐਕਚੁਅਲੀ ਗਾਣਾ ਨਹੀਂ ਗਾਉਣਾ ਆਉਂਦਾ, ਮੈਂ ਐਕਟਰੈਸ ਆ, ਹੁਣ ਅੱਜ ਕੱਲ੍ਹ ਮੈਂ ਸੋਸ਼ਲ ਐਕਟਿਵਿਸਟ ਆ। ਬਸ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦੇਣ ਵਾਸਤੇ ਮੈਂ ਸੋਚਿਆ ਵੀ ਅੱਜ ਲਾਈਵ ਕਰ ਲੈਣਾ ਚਾਹੀਦਾ ਹੈ, ਕਿਉਂਕਿ ਅੱਜ ਦਾ ਗੁਰਪੁਰਬ ਦਾ ਦਿਨ ਹੈ। ਇੱਕ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ, ਤੇ ਇੱਕ ਆਪਣੇ ਬਿੱਲ ਰੱਦ ਹੋ ਗਿਆ ਉਹਦੀਆਂ ਲੱਖ ਲੱਖ ਵਧਾਈਆਂ, ਉਹ ਦੇ ਦੇਣੀਆਂ ਚਾਹੀਦੀਆਂ ਆ। ਔਰ ਬਾਈ ਮੇਰੀ ਰਿਕੁਐਸਟ ਆ ਸਾਰਿਆਂ ਨੂੰ, ਜਦੋਂ ਤੱਕ ਕੋਈ ਇਨਸਾਨ ਖੁਦ ਆਪਣੇ ਮੂੰਹੋਂ ਆ ਕੇ ਕੋਈ ਗੱਲ ਨਾ ਕਵੇ, ਉਦੋਂ ਤੱਕ ਕਿਸੇ ਗੱਲ ਤੇ ਵਿਸ਼ਵਾਸ ਨਾ ਕਰਿਆ ਕਰੋ। ਔਰ ਕਿਉਂਕਿ ਦਿਲ ਟੁੱਟਦਾ ਆ ਜਦੋਂ ਤੁਸੀਂ ਅਫਵਾਹਾਂ ਦੇ ਉੱਤੇ ਬਿਲੀਵ ਕਰਦੇ ਹੋ। ਜਦੋਂ ਤੱਕ ਮੈਂ ਖੁਦ ਲਾਈਵ ਆ ਕੇ ਕੋਈ ਗੱਲ ਨਾ ਕਵਾਂ ਔਰ ਮੈਂ ਕੁਛ ਬੋਲਾਂ ਨਾ, ਉਦੋਂ ਤੱਕ ਲੋਕੀ ਜਿਹੜੀ ਆ ਸੋਸ਼ਲ ਮੀਡੀਆ ਜਿਹੜਾ ਅੱਜ ਕੱਲ੍ਹ ਚੱਲਿਆ ਹੈ ਨਾ, ਇਹ ਅੱਜ ਤੱਕ ਵਿਅਕਤੀਗਤ ਜਿਹੜੀ ਲੜਾਈ ਹੈ ਉਹ ਤੇ ਸਾਡੀ ਅੰਦੋਲਨ 'ਚ ਹੀ ਹੋ ਰਹੀ ਹੈ। ਬਾਕੀ ਤੇ ਸੋਸ਼ਲ ਮੀਡੀਆ ਦੇ ਉੱਤੇ ਤੇ IT ਸੈੱਲਸ ਦੀ ਲੜਾਈ ਚੱਲ ਰਹੀ ਹੈ ਔਰ ਕਿਸੇ ਨੂੰ ਬਦਨਾਮ ਕਰਨ ਵਾਸਤੇ। ਸੋ ਤੁਹਾਨੂੰ ਸਾਰਿਆਂ ਨੂੰ ਇੰਨਾ ਵਿਸ਼ਵਾਸ ਆਪਣੀ ਭੈਣ ਤੇ ਹੋਣਾ ਚਾਹੀਦਾ ਸੀਗਾ। ਔਰ ਇੰਨਾ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਹੈਗਾ ਉਹਨਾਂ ਨੂੰ ਹੈਗਾ, ਜਿਹੜੇ ਮੇਰੇ ਨਾਲ ਇਨ ਟੱਚ ਨੇ ਔਰ ਰਹਿੰਦੇ ਨੇ। ਚਲੋ ਵਧਾਈ ਸਾਰਿਆਂ ਨੂੰ ਗੁਰਪੁਰਬ ਦੀ ਵੀ ਤੇ ਕਿਸਾਨੀ ਬਿੱਲਾਂ ਦੀ ਵੀ। ਕਿਸਾਨ ਏਕਤਾ ਜ਼ਿੰਦਾਬਾਦ ਔਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਹੋਰ ਸਭ ਤੋਂ ਵੱਡਾ ਪੰਜਾਬ, ਹਰਿਆਣਾ, ਰਾਜਸਥਾਨ, UP ਭਾਈਚਾਰਾ ਜ਼ਿੰਦਾਬਾਦ, ਕਿਉਂਕਿ ਸਾਰਿਆਂ ਨੇ ਮਿਲ ਕੇ ਲੜਾਈ ਲੜੀ ਹੈ। योगी आदित्यनाथ ने श्री गुरु नानक देव जी के प्रकाश पुरब के मौके ते दित्ती बधाई। सिख परंपरा के भक्ति से प्रारंभ यह ज्योतिपुंज अंततः गुरु गोविंद सिंह जी महाराज में शक्ति के तेज पुंज के रूप में भारत के उद्धारक के रूप में सदैव स्मरण किए जाते हैं। सिख गुरुओं की परंपरा और अलग अलग कालखंड में सिखों से जुड़े हुए, इस परंपरा से जुड़े हुए, चाहे वह गुरु गोविंद सिंह जी महाराज के साहबजादे रहे हों, चाहे वह सिख राजाओं का इतिहास हो,
सिख क्रांतिकारियों का इतिहास हो, इसके बगैर भारत का इतिहास ही अधूरा है। इसलिए यह पर्व केवल और केवल हम सिख समुदाय तक सीमित न रख करके संपूर्ण भारत के पर्व के रूप में इस प्रकार के आयोजनों को हमें मनाना चाहिए। मुझे आज सुबह के प्रातःकालीन सत्र में ही बुंदेलखंड जाना था, लेकिन मैंने कहा नहीं, मैं लखनऊ में हूं, तो लखनऊ में होने के कारण मुझे इस कार्यक्रम में भागीदार बन करके मैं बधाई दे करके 1 ही मिनट के लिए जाऊं, माथा टेक करके, तब फिर मैं बुंदेलखंड के लिए जाऊंगा। भाइयों बहनों, हम सब जानते हैं गुरु नानक देव जी कितने पहुंचे हुए सिद्ध योगी थे, सिद्ध संत थे। आप इसी से अनुमान कर सकते हैं पूरे भारत का, और उस समय जो बृहत्तर भारत था वहां का उन्होंने पैदल ही सत्संग करते हुए, उपदेश देते हुए भ्रमण किया था। एक सामान्य व्यक्ति ऐसा नहीं कर सकता। वे असाधारण प्रतिभा के थे और अपनी सिद्धि का कहीं कोई किसी प्रकार का कोई अहंकार नहीं, लेस मात्र भी नहीं। जो घटनाएं हमारे सामने बार बार आती हैं, जिसका उल्लेख होता है, जब वे काबा में जाते हैं और वहां उनको कहा जाता, वहां का मौलवी इनसे कहता है कि पैर आपने काबा की तरफ, मक्का में जाके काबा की तरफ पैर क्यों किया है? तो कहते हैं भी मेरा पैर उधर कर लो जहां पर ईश्वर न हो। और पैर दूसरी तरफ करता तो पता लगता उधर ही काबा दिखाई देने लगता है। ये कोई सामान्य मनुष्य में इस प्रकार के गुण नहीं होते। दिव्य गुण, दिव्य विभूतियों से परिपूर्ण गुरु नानक देव जी जैसे संती थे, जिन्होंने उस कालखंड में बाबर जैसे आक्रांता को जाबर कहने का साहस किया था और कहा था कि तुम्हारा यह कृत्य धर्म विरोधी है, मानवता विरोधी है। और उसके सामने कहने का साहस अगर किसी ने किया था उस कालखंड में, गुरु नानक देव जी महाराज ने किया था। भाइयों बहनों, हम सबको सिख गुरुओं के इस महान तप, साधना, उनकी सिद्धि और उनके जो चमत्कार थे, इन सब के साथ साथ देश धर्म के लिए किए गए उनके योगदान को हमेशा स्मरण करके हुए सदैव उसकी से प्रेरणा प्राप्त करनी चाहिए, क्योंकि उनकी प्रेरणा ही हमें आगे बढ़ने के लिए निरंतर प्रेरित करेगी। और आज के इस अवसर पर जब हम लोग 552वें प्रकाश पर्व पर यहां पर एकत्र हैं, कितना सुखद संजोग है। आज प्रातः काल आपने देखा होगा 8 बजे इस देश के यशस्वी प्रधानमंत्री जी ने पूरे देश को संबोधित करते हुए उन 3 कृषि कानूनों को वापस लेने की घोषणा की, जिसको लेकर के कतिपय किसान संगठन विरोध कर रहे थे। ये कृषि कानून चाहे जैसे भी रहे हो, लेकिन अगर कहीं से आवाज निकली है तो लोकतंत्र में उस आवाज को हम अनसुनी नहीं कर सकते। ये हमारी कमी थी कि हम लोगों ने सही चीज समय पर उन लोगों तक पहुंचाने में कोताही बरती होगी। लेकिन जब कहीं से आवाज उठी है तो उसकी भी सुनवाई होना और फिर आपसी समन्वय से, बातचीत से, संवाद से हम इन समस्याओं का समाधान करेंगे। लोकतंत्र की सबसे बड़ी ताकत होती है
और इस ताकत का इस्तेमाल करते हुए प्रधानमंत्री जी ने तीनों कानून को वापस लिया है। आज इस बात के लिए प्रधानमंत्री मोदी जी का हृदय से अभिनंदन करना चाहिए, उनका स्वागत किया जाना चाहिए। इस कार्य का स्वागत होना चाहिए कि हम इन समस्याओं का समाधान संवाद से करेंगे, और उस कार्यक्रम को भी आज किया है। गुरु परंपरा के प्रति, गुरु नानक देव जी के प्रति यह हम सबकी एक सच्ची श्रद्धा का एक प्रमाण है। मैं एक बार फिर से आज के इस प्रकाश पर्व पर आप सभी भाइयों को, सभी बहनों को प्रदेश सरकार की ओर से हृदय से बधाई देता हूं, अपनी शुभकामनाएं देता हूं और विश्वास व्यक्त करता हूं कि सिख गुरुओं के त्याग और बलिदान से हम सब सदैव प्रेरणा प्राप्त करके अपने देश और अपने धर्म के लिए सदैव कार्य करते रहेंगे। आप सबके प्रति मेरी शुभकामनाएं। धन्यवाद। जय हिंद। ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਪੰਜਾਬ 'ਚ ਬਣਿਆ ਜਸ਼ਨ ਦਾ ਮਾਹੌਲ। ਪਬਲਿਕ ਅਪਡੇਟ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦੱਸ ਦਿੰਦੇ ਹਾਂ ਜਲੰਧਰ ਦੇ ਵਿੱਚ ਮਿੱਠੂ ਬਸਤੀ ਦੇ ਏਰੀਏ ਦੇ ਵਿੱਚ ਦੱਸ ਦਿੰਦੇ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਵੱਲੋਂ ਜਿਹੜੇ ਕਿਸਾਨੀ ਜਿਹੜੇ ਬਿੱਲ ਰੱਦ ਹੋ ਗਏ ਆ ਉਹਨੂੰ ਲੈ ਕੇ ਅੱਜ ਜਿਹੜਾ ਕਿ ਲੱਡੂ ਵੰਡੇ ਜਾ ਰਹੇ ਆ। ਉਹ ਦੱਸ ਦਿੰਦੇ ਕਿ ਇਸ ਵੇਲੇ ਮਿੱਠੂ ਬਸਤੀ ਦੇ ਵਿੱਚ ਅਸੀਂ ਪਹੁੰਚੇ ਆ ਕਿ ਅੱਜ ਗੁਰਪੁਰਬ ਦੇ ਮੌਕੇ ਮੋਦੀ ਸਰਕਾਰ ਵੱਲੋਂ ਲੰਬੇ ਸਮੇਂ ਤੋਂ 1 ਸਾਲ ਤੋਂ ਜਿਹੜੇ ਬਿੱਲਾਂ ਦਾ ਜਿਹੜਾ ਚੱਲ ਰਿਹਾ ਸੀਗਾ ਉਹਨੂੰ ਅੱਜ ਜਿਹੜਾ ਰੱਦ ਕਰ ਦਿੱਤਾ ਗਿਆ। ਔਰ ਦੱਸ ਦਿੰਦੇ ਆ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਵੱਲੋਂ ਅੱਜ ਮਿੱਠੂ ਬਸਤੀ ਵਿਖੇ ਜਿਹੜੇ ਲੱਡੂ ਵੰਡੇ ਜਾ ਰਹੇ ਆ। ਸਾਰੇ ਸਰੋਤਿਆਂ ਨੂੰ ਮੈਂ ਦੱਸ ਦੇਵਾਂ ਪਬਲਿਕ ਅਪਡੇਟ ਚੈਨਲ ਦੇ ਮਾਧਿਅਮ ਰਾਹੀਂ ਕਾਫੀ ਲੰਬੇ ਸਮੇਂ ਤੋਂ 1 ਸਾਲ ਤਕਰੀਬਨ ਹੋ ਗਿਆ ਜਿਹੜੇ ਕਿ ਇਹ ਮੁੱਦੇ ਤੇ ਚੱਲਦੇ ਸੀ, ਜੋ ਮੋਦੀ ਸਰਕਾਰ ਵੱਲੋਂ ਤਿਲ ਕਾਲੇ ਕਾਨੂੰਨ ਜਿਹੜੇ ਲਗਾਏ ਗਏ ਸੀ ਉਹਨੂੰ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਕਿਸਾਨ ਜਿਹੜੀਆਂ ਜਥੇਬੰਦੀਆਂ ਬੈਠੀਆਂ ਹੋਈਆਂ ਸੀਗੀਆਂ। ਅੱਜ ਖੁਸ਼ੀ ਦਾ ਜਿਹੜਾ ਹਰ ਇੱਕ ਦੇ ਚਿਹਰੇ ਤੇ ਜਿਹੜੀ ਖੁਸ਼ੀ ਆਈ ਹੈ, ਜੋ ਅੱਜ ਗੁਰਪੁਰਬ ਦੇ ਮੌਕੇ ਤੇ 52ਵਾਂ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਗੁਰਪੁਰਬ ਦੇ ਮੌਕੇ ਦੇ ਉੱਪਰ ਅੱਜ ਜਿਹੜਾ ਕਿ ਸਾਰੀਆਂ ਹੀ ਅੱਜ ਮਿੱਠੂ ਬਸਤੀ ਵਿਖੇ ਜਿਹੜਾ ਕਿ ਲੱਡੂ ਵੰਡੇ ਜਾ ਰਹੇ ਆ। ਆਪਾਂ ਗੱਲਬਾਤ ਕਰਾਂਗੇ। ਸ਼੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ ਇਹ ਸ਼ਹਾਦਤ ਲੋਕਾਂ ਨੂੰ ਸਮਰਪਿਤ ਕੀਤਾ ਸੀਐਮ ਚੰਨੀ। ਸ਼ਹਾਦਤ ਥੀਮ ਪਾਰਕ ਜਿਹੜੇ ਸਿੱਖ ਇਤਿਹਾਸ ਦਾ ਜੋ ਬੜਾ ਬਾਖੂਬੀ ਵਰਣਨ ਕੀਤਾ ਗਿਆ 11 ਗੈਲਰੀਆਂ ਦੇ ਵਿੱਚ, ਉਹਦੇ ਦਰਸ਼ਨ ਕਰਕੇ ਮੰਚ ਤੇ ਆ ਰਹੇ ਨੇ। ਇਹ ਉਹ ਸਥਾਨ ਤੇ ਨਾਲ ਜੋ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਨਿਹੰਗ ਮੁਖੀ ਬਾਬਾ ਬੁੱਢਾ ਦਲ, ਹੋਰ ਬਹੁਤ ਸ਼ਖਸੀਅਤਾਂ ਮੰਚ ਤੇ ਵਿਰਾਜਮਾਨ ਨੇ। ਇਹ ਉਹ ਸਥਾਨ ਜਿੱਥੇ 1704 ਈਸਵੀ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, 3 ਪਿਆਰਿਆਂ ਤੇ ਹੋਰ ਵੱਖ-ਵੱਖ ਸੰਤ ਸਹਿਬਾਨ, ਲੀਡਰ ਸਹਿਬਾਨ, ਸਾਰੀ ਸਾਧ ਸੰਗਤ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰਮਾਤਮਾ ਦੀ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਕਿ ਅੱਜ ਜਿੱਥੇ ਬਹੁਤ ਹੀ ਸੁਭਾਗਾ ਦਿਨ ਹੈ, ਬਹੁਤ ਹੀ ਵੱਡਾ ਦਿਨ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ, ਉਹਨਾਂ ਦਾ ਗੁਰਪੁਰਬ ਹੈ। ਪਹਿਲਾਂ ਮੈਂ ਸਮੂਹ ਦੁਨੀਆ 'ਚ ਵਸਦੇ ਲੋਕਾਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ, ਸਾਰੇ ਪੰਜਾਬੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ। ਤੇ ਨਾਲ ਹੀ ਅੱਜ ਮੇਰੇ ਵਾਸਤੇ ਸ਼ਾਇਦ ਜ਼ਿੰਦਗੀ ਦਾ ਸਭ ਤੋਂ
ਵੱਡਾ ਦਿਨ ਹੈ ਕਿ ਜੋ ਸਾਡਾ ਸੁਪਨਾ ਹੈ ਸੀ ਕਿ ਅਸੀਂ ਚਮਕੌਰ ਸਾਹਿਬ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਿਸਟਰੀ ਨੂੰ ਫਿਲਮਾਉਣਾ ਹੈ, ਥੀਮ ਪਾਰਕ ਤਿਆਰ ਕਰਨਾ ਹੈ ਜਿਸ ਦਾ ਨਾਮ ਦਾਸਤਾਨ ਸ਼ਹੀਦਾਂ ਰੱਖਿਆ ਹੈ। ਇਸ ਦਾ ਅੱਜ ਉਦਘਾਟਨ ਹੋ ਰਿਹਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸਾਡੇ ਵਿਚਕਾਰ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਬਨਵਾਰੀ ਲਾਲ ਪ੍ਰੋਹਤ ਜੀ ਆਏ ਹੈ। ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਇਸ ਕੰਸਲਟੈਂਟ ਹੈ ਜਿਨ੍ਹਾਂ ਨੇ ਸਾਰਾ ਪਹਿਲਾਂ ਵਿਰਾਸਤ ਖਾਲਸਾ ਵਿੱਚ ਵੀ ਯੋਗਦਾਨ ਪਾਇਆ ਸੀ, ਇੱਥੇ ਵੀ ਵੱਡਾ ਯੋਗਦਾਨ ਪਾਇਆ, ਉਹਨਾਂ ਦਾ ਵੀ ਧੰਨਵਾਦੀ ਹਾਂ। ਆਪਾਂ ਸ਼ਾਮ ਨੂੰ ਇੱਕ ਵੱਡਾ ਪ੍ਰੋਗਰਾਮ ਗਰਾਊਂਡ ਦੇ ਵਿੱਚ ਕਰ ਰਹੇ ਹਾਂ। ਉਹ ਸਾਰੇ ਸਿੰਗਰ ਜਿਨ੍ਹਾਂ ਨੇ ਇਹਦੇ ਵਿੱਚ ਗਾਇਆ ਹੈ, ਜਿਵੇਂ ਸੁਖਵਿੰਦਰ ਜੀ, ਦੁਰਗਾ ਰੰਗੀਲਾ ਜੀ, ਹਰਸ਼ਦੀਪ, ਉਹ ਸਾਰੇ ਸਿੰਗਰ ਵੀ ਉੱਥੇ ਆ ਰਹੇ ਹੈ। ਉੱਥੇ ਉਹਨਾਂ ਨੂੰ ਆਪਾਂ ਸਨਮਾਨਿਤ ਕਰਾਂਗੇ। ਗਵਰਨਰ ਸਾਹਿਬ ਨੇ ਜਾਣਾ, ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦਾ, ਮੈਂ ਸਿਰਫ ਉਹਨਾਂ ਦਾ ਤੇ ਸੰਤ ਸਹਿਬਾਨ ਦਾ, ਸੰਤ ਸਮਾਜ ਦਾ ਜਿਹੜੇ ਸਾਡੇ ਵਿਚਕਾਰ ਅੱਜ ਆਏ ਹੈ, ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ ਹੈ ਸਿੱਖ ਕੌਮ ਵਾਸਤੇ। ਇਹ ਇੱਕ ਬਹੁਤ ਵੱਡੀ ਗੱਲ, ਇਹਨਾਂ ਦੀ ਵਿਰਾਸਤ ਜਿਹੜੀ ਸਾਡੀ ਉਸ ਨੂੰ ਦਰਸਾਉਂਦਾ ਇਹ ਮਿਊਜ਼ੀਅਮ ਬਣਿਆ ਹੈ। ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਇੱਥੋਂ ਜਾਣਕਾਰੀ ਮਿਲਦੀ ਰਹੇਗੀ, ਤਰੋ ਤਾਜ਼ਾ ਕਰਦੇ ਰਹੇਗੀ ਇਹ ਜਗ੍ਹਾ ਸਾਰੀ ਆਉਣ ਵਾਲੀ ਜਨਰੇਸ਼ਨਾਂ ਨੂੰ। ਇਸ ਲਈ ਅੱਜ ਮੈਂ ਸਿੱਖ ਕੌਮ ਨੂੰ ਸਮਰਪਿਤ ਕਰਦੇ ਹੋਏ ਆਪਣੇ ਆਪ ਨੂੰ ਧੰਨਭਾਗੀ ਸਮਝ ਰਿਹਾ ਕਿ ਅਸੀਂ ਦਿਨ ਇੱਕ ਤਾਂ ਬਹੁਤ ਵਧੀਆ ਮਿਲ ਗਿਆ ਕਿ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਹਾੜਾ ਹੈ, ਜਦੋਂ ਅਸੀਂ ਜਿੱਥੋਂ ਹਿਸਟਰੀ ਸ਼ੁਰੂ ਹੋਈ ਸੀ ਸਿੱਖ ਕੌਮ ਦੀ, ਉੱਥੋਂ ਅੱਜ ਇਹ ਜਿਹੜਾ ਮਿਊਜ਼ੀਅਮ ਸ਼ੁਰੂ ਹੋ ਰਿਹਾ ਹੈ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਰਿੰਪੀ ਨੂੰ ਦਿਓ ਇਜਾਜ਼ਤ ਤੇ ਜੁੜੇ ਰਹੋ ਇੰਡੀਆ+ USA ਦੇ ਨਾਲ।